ਜਿੱਥੇ ਭਗਵੰਤ ਮਾਨ ਪੰਜਾਬ ਤੋਂ ਐਮਪੀ ਆ, ਸਾਡਾ ਭਰਾ ਏ, ਉੱਥੇ ਗੱਲ ਇੱਕ ਹੋਰ ਵੀ ਆ ਨਾ। ਜਿਹੜਾ ਸਭ ਤੋਂ ਵੱਡਾ ਨਟੰਕੀਬਾਜ਼ ਸਰਦਾਰ ਕੇਜਰੀਵਾਲ ਸਾਹਿਬ ਨੇ, ਜਿਹੜੇ ਆਪਣੇ ਆਪ ਨੂੰ ਸਮਝਦੇ ਨੇ, ਉਹ ਐਸਾ ਹੱਥਕੰਡੇ ਜਿਹੜਾ ਅਡਾਪਟ ਕਰਨ ਨੂੰ ਉਹ ਮਜਬੂਰ ਕਰਦੇ। ਤੇ ਹੁਣ ਉਹਨੂੰ ਮੁੱਖ ਮੰਤਰੀ ਦਾ ਕੈਂਡੀਡੇਟ ਤਾਂ ਬਣਾਇਆ ਨਹੀਂ, ਤੇ ਹੁਣ ਉਹਨੂੰ ਬੀਜੇਪੀ ਦੇ ਉੱਤੇ ਆਰੋਪ ਲਾਉਣ। ਜੇ ਮਾੜੀ ਜੀ ਵੀ ਸੱਚਾਈ ਆ, ਫਲੋਰ ਆਫ ਦੀ ਹਾਊਸ ਇਸ ਵੇਲੇ ਪਾਰਲੀਮੈਂਟ ਚੱਲ ਰਿਹਾ, ਤੇ ਉਹ ਇੱਕ ਮਾਣਯੋਗ ਮੈਂਬਰ ਪਾਰਲੀਮੈਂਟ ਨੇ ਪੰਜਾਬ ਤੋਂ, ਤੇ ਇੱਕ ਐਮਪੀ ਨੇ, ਤੇ ਦੂਜੇ ਪਾਸੇ ਐਮਪੀ ਹੋਣ ਨਾਲ ਇੱਕ ਪਾਰਟੀ ਦੇ ਪ੍ਰਧਾਨ ਵੀ ਨੇ, ਆਮ ਆਦਮੀ ਪਾਰਟੀ ਦੇ। ਉਸ ਸ਼ਖਸ ਦੀ ਜ਼ਿੰਮੇਵਾਰੀ ਐਡੀ ਵੱਡੀ ਆ। ਐਮਪੀ ਹੋ ਕੇ ਜੇ ਉਹ ਔਨ ਰਿਕਾਰਡ ਆ ਕੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹਿਣ ਸਪੀਕਰ ਸਾਹਿਬ ਦੇ ਮੂਹਰੇ ਸਦਨ 'ਚ, ਜਿਹੜੀ ਮੈਂ ਅੱਜ ਡਿਮਾਂਡ ਕੀਤੀ ਆ ਵੀ ਜੇ ਇਹ 'ਚ ਮਾੜੀ ਮੋਟੀ ਵੀ ਸੱਚਾਈ ਹੈ ਤਾਂ ਭਗਵੰਤ ਮਾਨ ਆ ਕੇ ਪਾਰਲੀਮੈਂਟ 'ਚ ਇਹ ਗੱਲ ਕਰਨ। ਤੇ ਮੈਂ ਬੀਜੇਪੀ ਵਾਲਿਆਂ ਨੂੰ ਇਹ ਪੁੱਛਿਆ ਵੀ ਕੀ ਗੱਲ, ਕਿਉਂਕਿ ਤੁਸੀਂ ਜਦ ਵੀ ਇਲੈਕਸ਼ਨ ਆਈ ਆ, ਮੱਧ ਪ੍ਰਦੇਸ਼ ਹੋਇਆ, ਵੈਸਟ ਬੰਗਾਲ ਹੋਇਆ, ਮੇਘਾਲਿਆ ਹੋਇਆ, ਗੋਆ ਹੋਇਆ, ਕਿਤੇ ਨਹੀਂ ਤੁਸੀਂ ਇਹ ਜਿਹੜੀ ਨਵੀਂ ਕਿਤੇ ਕੋਈ ਗੇਮ ਖੇਡਦਾ ਏ, ਖੇਲੋ ਹੋਏ ਖੇਡ ਰਹੀ, ਜਿਵੇਂ ਖੇਡੀ ਸੀ ਉੱਥੇ। ਇਹ ਨਵਾਂ ਇੱਕ ਕੰਮ ਜਿਹੜਾ ਟ੍ਰੈਂਡ ਆ ਨਾ ਬੀਜੇਪੀ ਨੇ, ਵੀ ਨੋਟਾਂ ਨਾ ਤੋਲੋ। ਹੁਣ ਇਹ ਰੱਬ ਜਾਣਦਾ, ਬੀਜੇਪੀ ਦੱਸੂਗੀ ਵੀ ਕਿੰਨੇ ਨੋਟਾਂ ਨਾਲ ਤੋਲਿਆ, ਕੀ ਕਮੀ ਰਹਿ ਗਈ, ਕਿੰਨੇ ਕਰੋੜ ਦੇ ਰਹੇ ਸੀ, ਕਿੰਨੇ ਕਰੋੜ ਕੋਈ ਮੰਗ ਰਿਹਾ ਸੀ। ਇਹ ਗੱਲ ਤਾਂ ਹੁਣ ਉਹ ਦੋਨੋਂ ਪਾਰਟੀਆਂ ਨੇ ਜਦੋਂ ਆਪ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਹੈ, ਆਪ ਇੱਕ ਮੈਂਬਰ ਪਾਰਲੀਮੈਂਟ ਹੋਣ ਨਾਤੇ ਭਗਵੰਤ ਮਾਨ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਤੇ ਹਾਊਸ ਤਾਂ ਹੁਣ ਦੱਸਣਾ ਪਊਗਾ। ਤੇ ਉਦੋਂ ਬਾਅਦ ਸਪੀਕਰ ਸਾਹਿਬ ਇਸ ਗੱਲ ਦੀ ਕਹਾਂਗੇ ਵੀ ਇਨਕੁਆਇਰੀ ਕਰਨ ਵੀ ਇਹ ਭਗਵੰਤ ਮਾਨ ਜਿਹੜਾ ਟੈਲੀਫੋਨ ਆਇਆ ਉਹ ਕਿਹੜੇ ਮੰਤਰੀ ਦੇ ਘਰੋਂ ਆਇਆ। ਆਖਰ ਅੱਜ ਕੱਲ੍ਹ ਤਾਂ ਸਭ ਚੀਜ਼ਾਂ ਦੇ ਰਿਕਾਰਡ ਨੇ, ਕੋਈ ਗੱਲ ਕਿਤੇ ਲੁਕ ਨਹੀਂ ਸਕਦੀ, ਕਿਹੜੇ ਟਾਵਰ ਤੋਂ ਆਇਆ। ਇਹ ਗੱਲ ਮੈਂ ਆਪ ਪਾਰਲੀਮੈਂਟ 'ਚ ਕਹੀ ਆ ਬਈ ਭਗਵੰਤ ਮਾਨ ਦੱਸਣ ਵੀ ਕਿੰਨੇ ਪੈਸੇ ਦਿੰਦੇ ਸੀ, ਕਿਹੜੀ ਮਿਨਿਸਟਰੀ ਦਿੰਦੇ ਸੀ, ਤੇ ਉਹ ਸ਼ਖਸ ਕਿਹਦਾ ਨਾਂ ਲੈਣ। ਇਹ ਐ ਨਹੀਂ ਛੱਡਣਾ ਖਹਿੜਾ। ਜੇ ਨਾਂ ਨਹੀਂ ਲੈਂਦੇ ਵੀ ਕਿਹਦਾ ਫੋਨ ਸੀ, ਕਿੱਥੋਂ ਫੋਨ ਸੀ, ਕਿਹੜੇ ਨੰਬਰ ਤੋਂ ਫੋਨ ਸੀ, ਤੇ ਜੇ ਉਹ ਨਹੀਂ ਦੱਸਣਗੇ ਇਹਦਾ ਮਤਲਬ ਫਿਰ ਉਹ ਸਟੰਟ ਕਰ ਰਹੇ, ਉਹ ਸਿਰਫ ਵੋਟਾਂ ਲੈਣ ਦੇ ਲਈ ਆਮ ਆਦਮੀ ਪਾਰਟੀ ਜਿਹੜੀ ਮਾਹਰ ਆ ਜਿਹੜੀ ਚੀਜ਼ਾਂ 'ਚ ਉਹ ਕਰ ਰਹੀ ਹੈ। ਹੁਣ ਦੋਨੋਂ ਪਾਰਟੀਆਂ ਏ, ਇੱਕ ਪਾਸੇ ਪਾਰਟੀ ਦਾ ਪ੍ਰਧਾਨ ਆ ਪੰਜਾਬ ਦਾ ਤੇ ਐਮਪੀ ਆ, ਦੂਜੇ ਪਾਸੇ ਸਰਕਾਰ ਆ ਬੀਜੇਪੀ ਦੀ ਜਿਹੜੀ ਉਹਨਾਂ ਨਾਲ ਗੱਲ ਕਰ ਰਹੀ ਹੈ। ਤੇ ਇਹ ਦੋਨੋਂ ਹੁਣ ਇਸ ਗੱਲ ਨੂੰ ਇਹ ਕਲੀਅਰ ਕਰਨਾ ਪਊਗਾ। ਮੈਂ ਅੱਜ ਸਪੀਕਰ ਸਾਹਿਬ ਨੂੰ ਮਿਲਿਆ ਵੀ ਸੀ ਜਾ ਕੇ ਪਹਿਲਾਂ, ਵੀ ਇੱਕ ਐਮਪੀ ਇਹ ਗੱਲ ਕਹਿ ਰਿਹਾ ਏ, ਤੇ ਮੈਂ ਇਹ ਰੇਜ਼ ਕੀਤਾ ਇਸ਼ੂ। ਹੁਣ ਦੇਖਦੇ ਆ ਇਹ ਤੇ ਭਗਵੰਤ ਮਾਨ ਸਾਹਿਬ ਕੀ ਬੋਲਦੇ ਆ ਤੇ ਸਰਕਾਰ ਕੀ ਬੋਲਦੀ ਆ। ਇਹ ਇਕੱਲਾ ਪ੍ਰੈਸ ਕਾਨਫਰੰਸ ਕਰਕੇ ਇਹਨੂੰ ਐਵੇਂ ਮਤਲਬ ਹਊਆ ਬਣਾਉਣਾ, ਇੱਕ ਟੀਵੀ ਦੀ ਨਿਊਜ਼ ਬਣਾਉਣੀ, ਉਹ ਤੱਕ ਸੀਮਤ ਨਹੀਂ ਗਾ। ਇਹਦੀ ਅਸੀਂ ਰੌਲਾ ਪੂਰਾ ਪਾਵਾਂਗੇ ਵੀ ਇਸ ਗੱਲ ਦੀ ਸੱਚਾਈ ਤੱਕ ਪਹੁੰਚਿਆ ਜਾਵੇ, ਡੂੰਘਾਈ ਤੱਕ ਪਹੁੰਚਿਆ ਜਾਵੇ। ਜੇ ਸੱਚ ਆ ਤਾਂ ਬੀਜੇਪੀ ਵਾਲੇ ਕਟਹਿਰੇ 'ਚ ਖੜੇ ਹੋਣ, ਜੇ ਝੂਠ ਆ ਤੇ ਭਗਵੰਤ ਮਾਨ ਉਹਨਾਂ ਦੀ ਆਮ आदमी पार्टी कटहरे 'ਚ खड़ी होएगी। आम आदमी पार्टी पंजाब में कभी शिक्षा की व्यवस्था पर सवाल उठा रही है तो कभी रेत माफिया को लेकर। आज राघव चड्ढा ने सवाल उठाया है कि चरणजीत सिंह चन्नी सब तो बड़े रेत माफिया ने रेत चोर तक किया उन्होंने। देखो मैं हैरान हाँ, बाहरले बंदे जाके कोई केजरीवाल साहब का लेना देना नहीं गा, कोई उन्होंने पंजाब का पता नहीं गा। राघव चड्ढा जी चलो छोटे आ मेरे तो तां, पर क्यों पंजाब इन्ना खिच दा केंद्र क्यों बनिया होया, क्यों पंजाब नूं बार-बार कोई काम नहीं डिप्टी सीएम नूं, कोई काम नहीं चीफ मिनिस्टर नूं, कोई काम नहीं इन्हां नूं। जिथे लोगों ने मौका दिता उत्थे काम करो। अज हाउस 'च ये गल स्पष्ट हुई, हुण रिकॉर्ड बोलिया गया बई सब तो वध जे शराब दे ठेके खोले आ ते वो केजरीवाल ने खोले, जे सब तो वध रैवन्यू टैक्स का इकट्ठा कर रहा 6000 करोड़ तो जिहड़ा उत्ते जिहड़ा वध गया शराब तो। होम डिलीवरी इन्हां ने, तुहानूं याद होना, होम डिलीवरी दिल्ली दे विच शराब दी जदों कोविड का टाइम सी इन्हां ने शुरू कीती सी। ये गल करनगे साडे नाल? यार तुसीं देखो तो सही इन्हां दा हाल की आ। अज स्कूल ये गल्लां मारदे, अज सारे स्कूल फिर बंद कीते आ, बहाना ला के ना भी ये जिहड़ा दोबारा एकदम फ्राइडे नूं भी किते स्कूल चैक करन आ जाण। सारे स्कूलों नूं ताले लाए हुए आ। मैं 10 जगह भेजे अपने पार्टी वर्कर भी, देखो स्कूल इन्हां दे जाके, हर स्कूल के मूहरे एडा बड़ा ताला लमकदा है बई भाई इत्थे तां समॉग आ,
ਇੱਥੇ এনवायरमेंट ਖਰਾਬ ਆ, ਉਹਨੂੰ ਤਾਂ ਸਾਂਭ ਨਹੀਂ ਸਕੇ। ਉਹ ਬੱਚਿਆਂ ਦੀ ਗੱਲ ਕਰਦੇ ਆ, ਬੱਚਿਆਂ ਨੂੰ ਪੜਾਉਣ ਤਾਂ ਜ਼ਰੂਰ, ਬੱਚਿਆਂ ਦੀ ਸਿਹਤ ਜਿਹੜੀ এনवायरमेंट ਆ ਉਹ ਤਾਂ ਇਹ ਸਾਫ਼ ਨਹੀਂ ਕਰ ਸਕੇ। ਉਹ ਗੰਗਾ 'ਚ ਯਮਨਾ 'ਚ ਪਤਾ ਲੱਗ ਰਿਹਾ ਸੀ ਵੀ ਕੀ ਹਾਲ ਆ, ਕਿੰਨੇ ਹਜ਼ਾਰ ਕਰੋੜ ਰੁਪਈਆ এনवायरमेंट ਮਿਨਿਸਟਰ ਨੇ ਉੱਥੇ ਦੱਸਿਆ ਵੀ ਕਿੰਨਾ ਪੈਸਾ ਦਿੱਤਾ ਇਹਨਾਂ ਨੂੰ। ਸਿਰਫ ਉਹ ਪੈਸਾ ਸਾਰਾ ਇਹਦਾ ਮੈਂ ਸਮਝਦਾ ਸੈਂਕੜੇ ਕਰੋੜ ਰੁਪਈਆ ਏ, ਜਿਹੜਾ ਯੂਪੀ ਦੇ ਵਿੱਚ ਤੇ ਖਾਸ ਤੌਰ ਗੁਜਰਾਤ 'ਚ, ਗੋਆ ਦੇ ਵਿੱਚ ਜਿਹੜਾ ਇਹ ਪੈਸਾ ਇਹ ਐਡਵਰਟਾਈਜ਼ਮੈਂਟ ਰਾਹੀਂ ਉੱਥੇ ਜਿਹੜਾ ਰੋਲਿਆ ਜਾ ਰਿਹਾ ਲੋਕਾਂ ਦਾ ਪੈਸਾ, ਜਿਹੜਾ এনवायरमेंट ਲਈ ਪੈਸਾ ਸੀ। ਇਸ ਕਰਕੇ ਸ਼ਰਾਬ ਦਾ ਮੈਂ ਤੁਹਾਨੂੰ ਦੱਸਤਾ, ਤੁਸੀਂ ਅੰਕੜੇ ਆਪ ਕੱਢ ਲਓ, ਸਾਡੇ ਤਾਂ ਤੁਸੀਂ ਕਹੋਗੇ ਗਲਤ ਵੀ ਦੱਸ ਸਕਦੇ ਆ ਵੀ 6000 ਕਰੋੜ ਤੋਂ ਉੱਤੇ ਸ਼ਰਾਬ ਇਹਨਾਂ ਦਾ ਰੱਖਿਆ ਕਿ ਨਹੀਂ ਇਹਨਾਂ ਨੇ, ਵੀ ਉਹ ਹੁਣ 10,000 ਕਰੋੜ ਹੋ ਗਿਆ ਜਾਂ ਕਿੰਨਾ ਹੋ ਗਿਆ ਉਹ ਨਹੀਂ ਮੈਨੂੰ ਪਤਾ। ਜਿਹੜੇ ਠੇਕੇ ਨੇ ਉਹਨਾਂ ਦੀ ਗਿਣਤੀ ਹਜ਼ਾਰਾਂ 'ਚ ਵਧੀ ਆ ਪਿਛਲੇ ਦਿਨਾਂ 'ਚ, ਹਜ਼ਾਰਾਂ 'ਚ ਠੇਕੇ ਜਿਹੜੇ ਉੱਥੇ ਜਾ ਕੇ ਨਸ਼ੇ ਨਾਂ ਦੀ ਗੱਲ ਕਰਦੇ ਆ ਨਾ, ਇੱਥੇ ਦੇਖੋ ਕੀ ਹਾਲ ਆ। ਹੋਮ ਡਿਲੀਵਰੀ ਤੱਕ ਇਹਨਾਂ ਨੇ ਪਹੁੰਚਾਉਣ ਦੀ ਗੱਲ ਕੀਤੀ ਹੈ। ਤੇ ਰਾਘਵ ਚੱਡਾ ਜੀ ਤਾਂ ਹਜੇ ਮੈਂ ਸਮਝਦਾ ਜੇ ਇਹ ਗੱਲਾਂ ਸਾਰੀਆਂ ਭਗਵੰਤ ਮਾਨ ਕਰਦੇ ਜਾਂ ਇਹਨਾਂ ਦੇ ਹੋਰ ਕੋਈ ਜਿਹੜੇ ਵੀ MP MLA ਨੇ ਉਹ ਕਰਦੇ ਤਾਂ ਚੰਗਾ ਲੱਗਦਾ। ਇਹ ਬਾਹਰਲੇ ਬੰਦਿਆਂ ਨੂੰ ਤਾਂ ਗੱਲ ਕੋਈ ਮੈਂ ਸਮਝਦਾ ਚੈਨਲਾਂ ਤੇ ਜ਼ਰੂਰ, ਅਖਬਾਰਾਂ 'ਚ ਜ਼ਰੂਰ ਹਰ ਨੂੰ ਸਪੇਸ ਮਿਲਦੀ ਆ, ਸਪੇਸ ਮਿਲਦਾ, ਉਹ 'ਚ ਜ਼ਰੂਰ ਖਬਰ ਜਾ ਸਕਦੀ, ਪਰ ਲੋਕ ਬਿਲਕੁਲ ਵੀ ਤਰਜੀਹ ਇਹ ਲੋਕਾਂ ਨੂੰ ਨਹੀਂ ਦਿੰਦੇ। ਕਿਉਂਕਿ ਇਹ ਤਾਂ ਬਾਹਰੋਂ ਪਹਿਲਾਂ ਪਿਛਲੀ ਵਾਰ, ਅੱਜ ਇੱਕ ਵੀ NRI ਇੱਕ ਗੱਲ ਚਲੋ ਮੈਂ ਔਨ ਰਿਕਾਰਡ ਮੈਂ ਕਹਿਣਾ, ਆਹ ਪਿਛਲੇ ਜਿਹੜੀ 5 ਸਾਲ ਇਲੈਕਸ਼ਨ ਪਹਿਲਾਂ ਸੀ, NRIਆਂ ਦੀਆਂ ਬੱਸਾਂ ਭਰ NRIਆਂ ਦੇ ਜਹਾਜ਼ ਭਰ ਇਹਨਾਂ ਖਤਰਾ ਆਏ ਸੀ ਕਿ ਨਹੀਂ ਆਏ ਸੀ? ਉਹਨਾਂ ਦੇ ਕਰੋੜਾਂ ਰੁਪਈਆ, ਸੈਂਕੜੇ ਕਰੋੜਾਂ ਰੁਪਈਆ ਫੰਡ ਆਇਆ ਸੀ ਕਿ ਨਹੀਂ ਆਇਆ ਸੀ? ਅੱਜ ਮੈਨੂੰ ਦੱਸੋ, ਇੱਕ NRI ਪੰਜਾਬ ਦਾ ਜਾਂ ਦੇਸ਼ ਦਾ ਇਹਨਾਂ ਲਈ ਮਦਦ ਕਰਨ ਆ ਰਿਹਾ? ਅੱਜ ਕੋਈ ਬੱਸ ਚੱਲ ਰਹੀ ਹੈ NRI ਦੀ? ਅੱਜ ਕੋਈ ਜਹਾਜ਼ ਭਰ ਕੇ ਆ ਰਹੇ ਆ? ਉਦੋਂ ਪਿੰਡ ਇਸ ਕਰਕੇ ਪਤਾ ਲੱਗ ਗਿਆ ਵੀ ਕਿਵੇਂ ਪੈਸਾ ਉਹਨਾਂ ਦਾ ਲੁੱਟਿਆ। ਹੁਣ ਨਵਾਂ ਤਰੀਕਾ ਅਖਤਿਆਰ ਕਰ ਰਹੇ। ਉਹ ਲੀਗਲ ਖੱਡ ਜਿਹੜੀ ਰੇਤੇ ਦੀ ਚੱਲਦੀ ਆ, ਤੁਸੀਂ ਕੀ ਸੋਚਦੇ ਹੋ ਵੀ ਅਸੀਂ ਤੁਹਾਡੇ ਮਗਰ ਲੱਗ ਕੇ ਅਸੀਂ ਆਪਣੇ ਕਾਰੋਬਾਰ ਬੰਦ ਕਰ ਲਈਏ, ਅਸੀਂ ਆਪਣਾ ਜਿਹੜੀ ਗਰੋਥ ਆ ਉਹ ਰੋਕ ਲਈਏ ਰੇਤਾ ਬੰਦ ਕਰਕੇ? ਇਸ ਕਰਕੇ ਕੋਈ ਤੁਸੀਂ ਇਹੋ ਜਿਹੀਆਂ ਗੱਲਾਂ 4 ਦਿਨ ਪਹਿਲਾਂ ਇਲੈਕਸ਼ਨਾਂ ਤੋਂ ਜਾ ਕੇ ਕੈਮਰੇ ਵਾਲੇ ਨਾਲ ਲੈ ਕੇ ਚੈੱਕ ਕਰ ਰਹੇ ਹੋ, ਰੇਡਾਂ ਮਾਰ ਰਹੇ ਹੋ, ਤਾਂ ਕੀ ਮਤਲਬ? ਤੁਸੀਂ ਪੰਜਾਬ ਨੂੰ ਸਾਡੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਇੱਕ ਪਾਸੇ ਕਹਿੰਦੇ ਅਸੀਂ ਪੰਜਾਬੀ ਹਾਂ, ਦੂਜੇ ਪਾਸੇ ਤੁਸੀਂ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਇਸ ਕਰਕੇ ਇਹ ਚੀਜ਼ਾਂ ਚੱਲਣੀਆਂ ਨਹੀਂ। ਕੱਲ ਪਤਾ ਹੀ ਲੱਗ ਗਿਆ ਵੀ ਕਿੰਨੇ ਹਜ਼ਾਰ ਟੀਚਰ ਆ ਜਿਹੜਾ ਉਹ ਬੈਠਾ ਹੈ ਵਿਚਾਰਾ ਧਰਨੇ ਤੇ, ਕਿਸ ਦੀ ਜਿਹੜੀ ਤਨਖਾਹ ਨਹੀਂ ਦਿੱਤੀ ਹਜੇ ਤੱਕ ਤੁਸੀਂ। ਇਸ ਕਰਕੇ ਬੜਾ ਜਿਹੜਾ ਜੋ ਹਾਲ ਆ ਅੱਜ, ਇੱਕ MP ਉਹ ਇੱਕ ਜਗ੍ਹਾ ਨਾਲ ਪਾਣੀ ਲੈ ਆਇਆ ਗਲਾਸ, ਇੱਕ ਜਗ੍ਹਾ ਬੋਤਲ ਲੈ ਆਇਆ। ਅੱਜ ਸ਼ਰਮ ਨਾਲ ਸਿਰ ਝੁੱਕ ਗਿਆ ਸਦਨ 'ਚ ਵੀ ਇਹ ਦਿੱਲੀ ਦਾ ਹਾਲ ਕਰਤਾ। ਬੱਚਿਆਂ ਦੀ ਉਮਰ ਜਿਹੜੀ ਪੀਣ ਦੀ ਆ ਉਹ ਘਟਾਤੀ, ਲੇਡੀਜ਼ ਲਈ ਖਾਸ ਤੌਰ ਤੇ ਪ੍ਰਬੰਧ ਕਰਤੇ ਇੱਥੇ ਰੈਸਟੋਰੈਂਟਾਂ ਦੇ ਵਿੱਚ, ਤੇ ਇਹ ਕਹਿਤਾ ਵੀ ਇੰਨੇ ਤੋਂ ਇੰਨੇ ਸਮੇਂ ਸ਼ਰਾਬ ਤੁਹਾਨੂੰ ਹੋਰ ਸਸਤੀ ਮਿਲੂਗੀ। ਇਹ ਕਿਹੜੇ ਕੰਮ ਨੂੰ ਪੈ ਗਈ ਕੇਜਰੀਵਾਲ ਸਾਹਿਬ? ਇਹ ਚੀਜ਼ਾਂ ਤੁਸੀਂ ਸਾਡੇ ਕਰੋਗੇ? ਤੁਸੀਂ ਸਾਡੇ ਬੱਚਿਆਂ ਨੂੰ ਜਾ ਕੇ ਉਮਰਾਂ ਕਢਾਓਗੇ ਸ਼ਰਾਬ ਪੀਣ ਦੀਆਂ? ਸਾਡੀਆਂ ਮਾਵਾਂ ਭੈਣਾਂ ਨੂੰ ਤੁਸੀਂ ਉੱਥੇ ਜਾ ਕੇ ਸਪੈਸ਼ਲ ਜਿਹੜੇ ਆ ਉਹ ਖੋਲੋਗੇ ਰੈਸਟੋਰੈਂਟ ਜਿੱਥੇ ਸ਼ਰਾਬ ਸਸਤੀ ਮਿਲਿਆ ਕਰੂ? ਇਹ ਚੀਜ਼ ਤੁਸੀਂ ਦਿੱਲੀ 'ਚ ਕੀਤੀ ਆ। ਅੱਜ ਰਿਕਾਰਡ ਔਨ ਰਿਕਾਰਡ ਅੱਜ ਪਾਰਲੀਮੈਂਟ 'ਚ ਇਹ ਗੱਲਾਂ ਸਾਹਮਣੇ ਆਈਆਂ ਏ। ਥੋੜ੍ਹੀ ਬਹੁਤੀ ਸ਼ਰਮ ਕਰੋ, ਥੋੜ੍ਹਾ ਬਹੁਤਾ ਅਕਲ ਨੂੰ ਹੱਥ ਮਾਰੋ। ਇਹ ਗੁਰੂਆਂ ਪੀਰਾਂ ਪੰਗੰਬਰਾਂ ਦੀ ਧਰਤੀ ਆ, ਯੋਧਿਆਂ ਦੀ ਧਰਤੀ ਆ, ਸੂਰਬੀਰਾਂ ਦੀ ਧਰਤੀ ਆ, ਜਿਨ੍ਹਾਂ ਨੇ ਬਾਰਡਰ ਤੇ ਸ਼ਹਾਦਤਾਂ ਦਿੰਦੇ ਆ। ਇਹ ਉਹ ਸੂਬਾ ਏ। ਇਹ ਸੂਬੇ ਨਾਲ ਇਹੋ ਜਿਹੀਆਂ ਗੱਲਾਂ ਨਾ ਕਰੋ ਜਿਹਦਾ ਕੋਈ ਫਾਇਦਾ ਨਹੀਂ। ਨਾਲੇ ਮੈਨੂੰ ਇੱਕ ਗੱਲ ਹੋਰ ਸੁਣਾਓ, ਕਿਹੜਾ ਤੁਹਾਡਾ ਜਿੰਨੇ ਵੀ ਤੁਸੀਂ ਲੀਡਰ ਬਣਾਏ, ਕਿਹੜਾ ਲੀਡਰ ਆ ਜਿਹੜਾ CLP ਦਾ ਤੁਹਾਨੂੰ ਛੱਡ ਕੇ ਨਹੀਂ ਭੱਜਿਆ? ਤੁਸੀਂ ਦੱਸੋ। ਜੇ ਤੁਸੀਂ ਚੰਗੇ ਸੀ, ਤੁਸੀਂ ਕਿਉਂ ਨਾ ਫੂਲਕਾ ਸਾਹਿਬ ਨੂੰ ਰੱਖ ਸਕੇ? ਤੁਸੀਂ ਕਿਉਂ ਨਾ ਖਹਿਰਾ ਸਾਹਿਬ ਨੂੰ ਰੱਖ ਸਕੇ? ਕਿਉਂ ਨਾ ਤੁਸੀਂ ਜਿਹੜੇ ਉਹ ਖਰੜ ਤੋਂ MLA ਨੇ ਉਹਨਾਂ ਨੂੰ ਰੱਖ ਸਕੇ? ਤੁਸੀਂ ਬੰਦਾ ਤਾਂ ਦੱਸੋ। ਇਸ ਕਰਕੇ ਮੈਂ ਤਾਂ ਇਸ ਗੱਲ ਨੂੰ ਕਹਿਣ ਨੂੰ, ਹੁਣ ਵੀ ਜਿੰਨੇ ਬੰਦੇ ਆ, ਤੁਸੀਂ ਕਿਹੜਾ ਕਿਤੋਂ ਹੋਰ ਡੁਬਕੀ ਮਾਰ ਕੇ ਲਿਆਏ ਬੰਦੇ? ਉਹੀ ਤੁਸੀਂ ਕਾਂਗਰਸ ਦੇ ਬੰਦੇ, ਉਹੀ ਤੁਸੀਂ ਅਕਾਲੀ ਦਲ ਦੇ ਬੰਦੇ ਪਾਰਟੀ ਜੁਆਇਨ ਕਰਾ ਰਹੇ ਹੋ। ਇਸ ਤੋਂ ਇਲਾਵਾ ਗੱਲ ਕੀਤੀ ਜਾਏ ਤਾਂ ਪੰਜਾਬ ਦੇ ਵਿੱਚ ਨਵੀਂ ਇੱਕ ਡਿਵੈਲਪਮੈਂਟ ਹੁੰਦੀ ਨਜ਼ਰ ਆ ਰਹੀ ਹੈ। ਸੁਨੀਲ ਜਾਖੜ ਨੂੰ ਇਲੈਕਸ਼ਨ ਕੈਂਪੇਨ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ, ਕਿਵੇਂ ਦੇਖਦੇ ਹੋ? ਦੇਖੋ, ਜਾਖੜ ਸਾਹਿਬ ਇੱਕ ਉਸ ਪਰਿਵਾਰ ਚੋਂ ਆ ਜਿਨ੍ਹਾਂ ਨੇ ਦੁਨੀਆ 'ਚ ਪੰਜਾਬ ਦਾ ਨਾਂ ਰੋਸ਼ਨ ਕੀਤਾ। ਚਾਹੇ ਉਹਨਾਂ ਦੇ ਪਿਤਾ ਜੀ ਮੰਤਰੀ ਰਹੇ, ਚਾਹੇ ਉਹਨਾਂ ਦੇ ਸਪੀਕਰ ਰਹੇ ਇਸ ਪਾਰਲੀਮੈਂਟ ਦੇ, ਉਦੋਂ ਬਾਅਦ ਉਹ CLP ਲੀਡਰ ਰਹੇ, ਸਾਡੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ। ਇਹੀ ਅਹੁਦੇ ਹੁੰਦੇ ਆ ਨਾ, ਸਾਰੇ ਅਹੁਦਿਆਂ ਦੇ ਉੱਤੇ
ਉਹ ਪਾਰਟੀ ਨੇ ਬਾਰ-ਬਾਰ ਉਹਨਾਂ ਨੂੰ ਮੌਕਾ ਮਿਲਿਆ ਏ ਤੇ ਹੁਣ ਵੀ ਪਾਰਟੀ ਉਹਨਾਂ ਤੋਂ ਹਮੇਸ਼ਾ ਕੰਮ ਕਰਾਉਣਾ ਚਾਹੁੰਦੀ ਆ, ਕੰਮ ਲੈਣਾ ਚਾਹੁੰਦੀ ਆ। ਤੇ ਇੱਕ ਗੱਲ ਸੁਣ ਲਓ, ਉਹ ਚਾਹੇ ਆਪਣੀ ਪਾਰਟੀ ਹੋਵੇ ਚਾਹੇ ਕੋਈ, ਉਹ ਇਨਸਾਨ ਸੱਚਾਈ ਦੀ ਗੱਲ ਕਰਦਾ। ਜੇ ਮੈਂ ਵੀ ਕਿਉਂ ਨਾ ਹੋਵਾਂ, ਜੇ ਮੈਂ ਕੋਈ ਗਲਤ ਕੰਮ ਕਰੂੰਗਾ ਤਾਂ ਉਹ ਕਹਿਣਗੇ। ਉਹ ਐਸਾ ਇੱਕ ਸ਼ਖਸ ਆ ਤੇ ਇਸ ਕਰਕੇ ਮੈਨੂੰ ਉਹਨਾਂ ਨਾਲ ਐਜ਼ ਏ ਪ੍ਰਧਾਨ ਪਾਰਲੀਮੈਂਟ 'ਚ ਉਹ MP ਹੋਣ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ ਤੇ ਹਮੇਸ਼ਾ ਉਹਨਾਂ ਨੇ ਕਿਸਾਨ ਦੀ, ਖਾਸ ਤੌਰ ਤੇ ਕਿਸਾਨ ਤੇ ਗਰੀਬ ਦੀ ਹਮੇਸ਼ਾ ਗੱਲ ਕੀਤੀ ਆ। ਤੇ ਮੈਂ ਸਮਝਦਾ ਬੜੀ ਖੁਸ਼ੀ ਦੀ ਗੱਲ ਆ ਪਾਰਟੀ ਨੂੰ, ਸਾਡੀ ਨੂੰ ਉਹਨਾਂ ਦੀ ਜਿਹੜੀ ਆ, ਮੈਂ ਸਮਝਦਾ ਜਿਹੜੀ ਉਹਨਾਂ ਦੀ ਸੋਚ ਆ, ਜੋ ਉਹਨਾਂ ਦਾ ਮੈਂ ਸਮਝਦਾ ਹਰ ਨੂੰ ਨਾਲ ਲੈ ਕੇ ਚੱਲਣ ਦਾ ਇੱਕ ਜਜ਼ਬਾ ਹੈ, ਉਹਦਾ ਬਹੁਤ ਵੱਡਾ ਲਾਭ ਆ ਜਿਹੜਾ ਉਹ ਹਮੇਸ਼ਾ ਹੁੰਦਾ ਰਹੂ। ਭਾਈ ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਨੂੰ ਮੈਨੀਫੈਸਟੋ ਕਮੇਟੀ ਤੇ ਅੰਬਿਕਾ ਸੋਨੀ ਜੀ ਨੂੰ ਇਲੈਕਸ਼ਨ ਕੋਆਰਡੀਨੇਸ਼ਨ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ। ਦੇਖੋ ਇਹ ਸਾਰੇ ਹੀ ਜਿਹੜੇ ਬਹੁਤ ਵੱਡੇ ਸੀਨੀਅਰ ਲੀਡਰ ਨੇ, ਇਹ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀ ਵੀ ਜੋ ਇਲੈਕਸ਼ਨ ਨੇੜੇ ਆਏਗੀ ਇਹ ਜ਼ਿੰਮੇਵਾਰੀਆਂ ਸਭ ਨੂੰ ਮਿਲਦੀਆਂ ਹੈ। ਇਹ ਜ਼ਿੰਮੇਵਾਰੀਆਂ ਕਿਉਂਕਿ ਜਿਹੜੇ ਇੰਨੇ ਸੀਨੀਅਰ ਹੋ ਜਾਂਦੇ ਆਖਰ ਉਹਨਾਂ ਦਾ ਪਾਰਟੀਆਂ ਨੇ ਕਿਤੇ ਤਾਂ ਉਹਨਾਂ ਦਾ ਫਾਇਦਾ ਲੈਣਾ ਹੁੰਦਾ, ਉਹਨਾਂ ਦਾ ਰੁਤਬੇ ਨੇ, ਉਹਨਾਂ ਨੇ ਨਾਂ ਕਮਾਇਆ ਇੰਨੀ ਵਾਰ ਮੰਤਰੀ MLA MP ਰਹਿ ਕੇ। ਤੇ ਇਸ ਕਰਕੇ ਆਹ ਮੌਕਾ ਏ ਜਦੋਂ ਉਹਨਾਂ ਨੂੰ ਸਾਰਿਆਂ ਨੂੰ, ਤੇ ਇਹ ਨਾ ਲੱਗੇ ਵੀ ਪਾਰਟੀ ਇੱਕ ਆ, ਇਹ ਨਾ ਲੱਗੇ ਵੀ ਪਾਰਟੀ 'ਚ ਕਿਤੇ ਕੋਈ ਕਮੀ ਆ ਜਿਵੇਂ ਕਹਿੰਦੇ। ਇਸ ਕਰਕੇ ਸਾਰਿਆਂ ਨੂੰ ਇੱਕ ਧਾਗੇ 'ਚ ਇੱਕ ਪਾ ਕੇ, ਮਾਲਾ 'ਚ ਪਾ ਕੇ ਸਾਰਿਆਂ ਨੂੰ ਮਣਕਾ ਬਣਾ ਕੇ ਜਿਹੜਾ ਉਹ ਪਾਰਟੀ ਦਾ ਕੰਮ ਕਰਨਗੇ। ਤੇ ਮੈਂ ਸਮਝਦਾ ਜਿੱਥੇ ਨੌਜਵਾਨ ਟੀਮ ਆ ਨਾਲ ਜਿਹੜੇ ਐਕਸਪੀਰੀਅੰਸ ਨੇ ਉਹਨਾਂ ਨੂੰ ਨਾਲ ਜੋੜ ਕੇ ਇਹ ਤੁਸੀਂ ਦੇਖੋਗੇ ਬਹੁਤ ਵੱਡੀ ਜਿੱਤ ਤਾਂ ਕਾਂਗਰਸ ਪਾਰਟੀ ਹਾਸਲ ਕਰੇਗੀ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਹ ਪੰਜਾਬ ਚੋਣ ਵਾਲੇ ਦਿਨਾਂ ਚੁਣਾਵ ਲੜਨ ਜਾ ਰਹੇ ਨੇ। ਸੰਯੁਕਤ ਅਕਾਲੀ ਦਲ ਤੇ BJP ਦੇ ਨਾਲ ਉਹ ਗਠਬੰਧਨ ਦੀ ਗੱਲ ਕਰਦੇ ਨੇ। ਕਿਵੇਂ ਦੇਖਦੇ ਹੋ ਪੰਜਾਬ ਦੀ ਸਿਆਸਤ 'ਚ? और उन्होंने आज अपने ऑफिस की भी शुरुआत की है। ਦੇਖੋ ਬਹੁਤ ਹੀ ਮੇਰੇ ਤੇ ਸਭ ਦੇ ਸਤਿਕਾਰਯੋਗ ਕੈਪਟਨ ਅਮਰਿੰਦਰ ਸਿੰਘ ਜੀ ਹਮੇਸ਼ਾ ਸਾਡੇ ਉਹ ਦਿਲਾਂ 'ਚ ਨੇ, ਹਮੇਸ਼ਾ ਉਹਨਾਂ ਦੀ ਇੱਜ਼ਤ ਆ ਜਿਹੜੀ ਉਹ ਕਰੀ ਆ, ਕਰਦੇ ਰਹਾਂਗੇ। ਠੀਕ ਆ, ਉਹ ਅੱਜ ਦੂਜੀ ਪਾਰਟੀ ਚਲੇ ਗਏ, ਸਾਡੇ ਨਾਲ ਪ੍ਰਨੀਤ ਕੌਰ ਜੀ MP ਨੇ। ਇਸ ਕਰਕੇ ਮੈਂ ਤਾਂ ਇਹੀ ਕਹਿ ਸਕਦਾ ਵੀ ਉਹਨਾਂ ਨੂੰ ਪ੍ਰਮਾਤਮਾ ਚੰਗੀ ਸਿਹਤ ਦੇਵੇ, ਲੰਬੀ ਉਮਰ ਦੇਵੇ ਤੇ ਜੋ ਵੀ ਕਰਨ ਉਹ ਪੰਜਾਬ ਦੇ ਲਈ ਚੰਗਾ ਕਰਨ। ਭਾਈ ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੀ ਇਹ ਸਿਆਸਤ ਹੈ ਪੰਜਾਬ ਢੀਂਡਸਾ ਸਾਹਿਬ ਨੂੰ ਨਾਲ ਲੈ ਕੇ, BJP ਨੂੰ ਨਾਲ ਲੈ ਕੇ ਕੈਪਟਨ ਸਾਹਿਬ ਕੋਈ ਇੰਪੈਕਟ ਪਾ ਸਕਣਗੇ? ਨਹੀਂ, ਦੇਖੋ ਜਿੱਥੇ ਤੱਕ ਪਾਰਟੀ ਦੀ ਗੱਲ ਆ, ਮੈਂ ਕੈਪਟਨ ਸਾਹਿਬ ਤੇ ਤਾਂ ਗੱਲ ਕੀਤੀ ਹੈ, ਜਿੱਥੇ ਤੱਕ ਪਾਰਟੀਆਂ ਦੀਆਂ ਗੱਲਾਂ, ਇਹ ਤਾਂ ਹੁਣ ਤੁਸੀਂ ਵੀ ਸਾਰੇ ਜਾਣਦੇ ਹੋ ਗਰਾਊਂਡ ਤੇ ਵੀ ਕੀ ਆ, 0 + 0 + 0 = 0, ਉਹਦਾ ਰਿਜ਼ਲਟ ਤਾਂ 0 ਹੀ ਆਉਣਾ। ਤੇ ਇਸ ਕਰਕੇ ਮੈਂ ਹੁਣ ਇਦੋਂ ਵੱਧ, ਮੈਂ ਇਹ ਸੀਨੀਅਰ ਲੀਡਰ ਨੇ ਇਹਨਾਂ ਦਾ ਬਾਰੇ ਇਦੋਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਪਰ BJP ਆ ਜਿਹੜੀ ਉਹ ਬੜਾ ਇਹਨਾਂ ਨਾਲ ਖੇਡ ਰਹੀ ਆ। BJP ਵਰਤਣ ਦੀ ਕੋਸ਼ਿਸ਼ ਆ ਵੀ ਕਿਵੇਂ ਸਾਰਾ ਜਿਹੜਾ ਪੰਜਾਬ ਦਾ ਐਜੀਟੇਸ਼ਨ, ਕਿਸਾਨ ਐਜੀਟੇਸ਼ਨ ਚੱਲਿਆ ਹੈ ਪੰਜਾਬ ਹਰਿਆਣੇ ਤੋਂ, ਉਹਨੂੰ ਕਿਵੇਂ ਟਾਰਪੀਡੋ ਕਰੀਏ, ਕਿਵੇਂ ਉਹਦੇ ਨਾਲ ਖੇਡੀਏ। ਤੇ ਉਹ ਸਾਰੀਆਂ ਗੱਲਾਂ ਇਹ ਸਕੀਮਾਂ ਇਹ ਬਣਾ ਰਹੇ ਆ। ਤੇ ਇਹ ਧਰੀਆਂ ਦੀਆਂ ਧਰਾਈਆਂ ਰਹਿ ਜਾਣੀਆਂ ਜਦੋਂ ਫਰਵਰੀ ਦੇ ਵਿੱਚ ਜਿਹੜੀ ਨਵੀਂ ਸਰਕਾਰ ਬਣ ਜਾਏਗੀ। ਤੇ ਉਸ ਤੋਂ ਬਾਅਦ ਫਿਰ ਇਹ ਮੇਰੇ ਨਾਲ ਤੁਸੀਂ ਗੱਲ ਕਰ ਲਿਓ, ਦੱਸ ਦਿਓ ਵੀ ਕਿੰਨੀਆਂ ਸੀਟਾਂ ਆਉਣੀਆਂ। ਹਾਂ, ਕਿਸੇ ਸੀਟ ਤੇ 5-7 ਹਜ਼ਾਰ ਵੋਟ ਆ ਜਿਹੜੀਆਂ ਉਹ ਲੈ ਜਾਣਗੇ, ਜਿੱਥੇ ਵੀ ਕੋਈ ਚੰਗਾ ਕੈਂਡੀਡੇਟ ਆ ਜਿਹੜਾ ਮਤਲਬ ਲੈਣਗੇ ਉਹੀ ਟੁੱਟ ਭਾਜੀ। ਜੇ ਕੋਈ ਕਾਂਗਰਸ 'ਚੋਂ ਟਿਕਟ ਨਾ ਮਿਲੀ ਉਹ ਚਲਿਆ ਗਿਆ, ਉਹਨੂੰ ਕੋਸ਼ਿਸ਼ ਕਰਨਗੇ। ਕਿਸੇ ਆਮ ਆਦਮੀ 'ਚੋਂ ਨਾ ਮਿਲੀ ਜਾਂ ਹੋਰ ਕਿਸੇ ਇਹੋ ਜਿਹੇ ਬੰਦੇ ਇਕੱਠੇ ਕਰਕੇ ਉਹ ਜਿਹੜਾ ਉਹ ਖੇਡਣਗੇ, 11 ਪਲੇਅਰ ਇਕੱਠੇ ਕਰਨਗੇ। ਪਰ ਉਹ ਹੋਣਗੇ ਅਲੱਗ-ਅਲੱਗ, ਜਿਵੇਂ IPL 'ਚ ਕਿਤੋਂ ਕੋਈ ਇੱਧਰੋਂ ਵੈਸਟ ਜਿਹੜੀ ਇੰਡੀਜ਼ ਤੋਂ ਫੜ ਲਿਆ, ਕੋਈ ਜਿਹੜਾ ਮੈਂ ਸਮਝਦਾ ਸਾਊਥ ਅਫਰੀਕਾ ਤੋਂ ਲੈ ਆਂਦਾ, ਕੋਈ ਇੰਗਲੈਂਡ ਤੋਂ ਲੈ ਆਂਦਾ, ਕੋਈ ਆਸਟ੍ਰੇਲੀਆ ਤੋਂ ਆ ਗਿਆ। ਇਸ ਤਰ੍ਹਾਂ ਦੇ ਜਿਹੜੇ ਬਹਿਰੂਪੀਏ ਉਹ ਅਲੱਗ-ਅਲੱਗ ਤਰ੍ਹਾਂ ਦੇ ਖੇਡਣਗੇ। ਭਾਜੀ ਇਸ ਤੋਂ ਇਲਾਵਾ ਫਤਿਹ ਸਿੰਘ ਬਾਜਵਾ ਕਾਦੀਆਂ ਤੋਂ MLA ਨੇ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਇੱਕ ਤਾਸ਼ ਠੋਕੀ ਹੈ ਕਿ ਮੇਰੀ ਮਿਸਿਸ ਨੇ ਭਰਾ ਲਈ ਸੀਟ ਛੱਡੀ ਸੀ ਔਰ ਭਰਾ ਦੀ ਵਾਰੀ ਹੈ। ਤੁਹਾਨੂੰ ਲੱਗਦਾ ਜਦੋਂ ਚੁਣਾਵ ਐਲਾਨ ਨਹੀਂ ਹੋਇਆ ਉਸ ਤੋਂ ਪਹਿਲਾਂ ਹੀ ਖਾਣਾ ਚਾਹੀਦੀ ਕਿ ਆਪਸੀ ਲੜਾਈ ਨਜ਼ਰ ਆ ਰਹੀ? ਨਹੀਂ, ਦੇਖੋ ਪਰ ਬਾਜਵਾ ਜੀ ਵੀ ਸਾਡੇ ਪ੍ਰਧਾਨ ਰਹੇ ਆ ਤੇ ਅੱਜ ਵੀ ਤੁਸੀਂ ਦੱਸਿਆ ਵੀ ਇਲੈਕਸ਼ਨ ਕਮੇਟੀ 'ਚ ਉਹਨਾਂ ਨੂੰ ਲਿਆ ਗਿਆ ਹੈ। ਮੈਨੂੰ ਤਾਂ ਹੁਣੀ ਪਤਾ ਲੱਗਿਆ ਇਹ ਗੱਲ, ਮੁਬਾਰਕਬਾਦ ਹੈ ਉਹਨਾਂ ਨੂੰ। ਉਹ ਪਰਿਵਾਰਾਂ 'ਚ ਸਭ ਕੁਝ, ਕਦੇ ਤੁਸੀਂ ਦੇਖਿਆ ਵੀ ਆਪਸ ਵਿੱਚ ਲੜੇ ਨੇ? ਇਲੈਕਸ਼ਨ ਤਾਂ ਇੱਕੋ ਹੀ ਲੜਦਾ ਨਾ ਅਖੀਰ। ਤੇ ਇਸ ਕਰਕੇ ਉਹਨਾਂ ਦਾ ਵੀ ਜਿਹੜਾ ਫੈਸਲਾ ਉਹ ਪਰਿਵਾਰ 'ਚ ਬਹਿ ਕੇ ਕਰ ਲੈਣਗੇ। ਬੜੇ ਸਿਆਣੇ ਨੇ, ਬੜੇ ਸੂਝ-ਬੂਝ ਵਾਲੇ ਨੇ।
ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश ਅਤੇ मायूस होने वाले एक बार फोन जरूर करो। जिवें चाहोगे उवें होएगा। इट्स माई प्रॉमिस। इमीडिएटली रिजल्ट। ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण ਅਤੇ ਮੁੱਠ ਕਰਨੀ, लव मैरिज, सौतन ਅਤੇ दुश्मन तो छुटकारा, पक्का काम पक्का हल, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।